ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਤੋਂ ਹੀ ਮਨੁੱਖ ਦੇ ਮਨ ਅੰਦਰ ਜੀਵਨ ਅੰਦਰ ਸੁੱਖ ਪ੍ਰਾਪਤ ਕਰਨ ਦੀ ਜਿਗਿਆਸਾ ਰਹੀ ਹੈ ਤੇ ਇਸ ਸੁੱਖ ਨੂੰ ਪ੍ਰਾਪਤ ਕਰਨ ਦੇ ਲਈ ਉਹਨੇ ਅਨੇਕਾਂ ਯਤਨ ਕੀਤੇ। ਉਹਨੇ ਸੋਚਿਆ ਕਿ ਸੁੱਖ ਪਦਾਰਥਾਂ 'ਚੋਂ ਮਿਲੇਗਾ, ਪਦਾਰਥ ਇਕੱਤਰ ਕਰਨੇ ਸ਼ੁਰੂ ਕਰਤੇ, ਦੁਨਿਆਵੀ ਮੱਲਾਂ ਮਾਰਨੀਆਂ ਸ਼ੁਰੂ ਕਰਤੀਆਂ, ਰਾਜਨੀਤਿਕ ਰੁਤਬਿਆਂ ਲਈ ਸੰਘਰਸ਼ ਕਰਨਾ ਸ਼ੁਰੂ ਕਰਤਾ। ਹੋਰ ਅਨੇਕ ਤਰ੍ਹਾਂ ਦੇ ਯਤਨ ਕਰਨ ਤੋਂ ਬਾਅਦ ਜਦੋਂ ਉਹਨੂੰ ਮਨ ਦੀ ਇਹ ਆਪਣੀ ਇੱਛਾ ਪੂਰੀ ਹੁੰਦੀ ਨਾ ਦਿਸੀ ਤਾਂ ਇਸ ਸੰਸਾਰ ਤੋਂ ਉਪਰਾਮ ਹੋ ਕੇ ਪਰਮਾਤਮਾ ਵਾਲੇ ਬੰਨੇ ਲੱਗਣ ਲੱਗਾ। ਧਰਮ ਦੇ ਨਾਂ 'ਤੇ ਘਰ-ਬਾਰ ਨੂੰ ਛੱਡ ਕੇ ਜੰਗਲਾਂ 'ਚ ਬੈਠ ਕੇ ਸਮਾਧੀਆਂ ਲਾਉਣੀਆਂ, ਸਰੀਰ ਨੂੰ ਕਸ਼ਟ ਦੇਣੇ, ਤੀਰਥਾਂ ਦਾ ਰਟਨ ਕਰਨਾ, ਅਨੇਕ ਤਰ੍ਹਾਂ ਦੇ ਹੋਰ ਕਰਮ ਕੇਵਲ ਤਾਂ ਕੇਵਲ ਮਨੁੱਖ ਨੇ ਸੁੱਖ ਪ੍ਰਾਪਤ ਕਰਨ ਦੇ ਲਈ ਕਰਨੇ ਸ਼ੁਰੂ ਕਰ ਦਿੱਤੇ। ਪਰ ਸੁੱਖ ਮਨੁੱਖ ਨੂੰ ਫਿਰ ਵੀ ਨਾ ਮਿਲਿਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਜੀ ਜਗ ਦੇ ਵਿੱਚ ਆਏ। ਉਹਨਾਂ ਨੇ ਸੰਸਾਰ ਨੂੰ ਇੱਕ ਨਿਰਮਲ ਪੰਥ ਦੀ ਦਾਤ ਬਖਸ਼ਿਸ਼ ਕੀਤੀ। ਗੁਰਮਤਿ ਪੰਥ ਦਾ ਇੱਕ ਮਕਸਦ ਹੈ ਸਚਿਆਰ ਪੁਰਖ ਦੀ ਸਿਰਜਣਾ ਕਰਕੇ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਕਰਨਾ। ਸਚਿਆਰ ਪੁਰਖ ਦੀ ਜ਼ਿੰਦਗੀ ਨੂੰ ਰਾਜ ਯੋਗ ਵਿੱਚ ਸਤਿਗੁਰੂ ਜੀ ਨੇ ਵੰਡਿਆ ਕਿ ਉਹ ਮਨੁੱਖ ਜਿਹੜਾ ਹਰ ਪੱਖ ਤੋਂ ਸੰਪੂਰਨ ਹੋਵੇ, ਸੰਸਾਰਕ ਸੁੱਖ ਵੀ ਮਾਣੇ, ਅਧਿਆਤਮਿਕ ਸੁੱਖ ਵੀ ਮਾਣੇ, ਦੁਨੀਆ ਤੋਂ ਵੱਖਰਾ ਨਾ ਹੋਵੇ। ਉਸ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ। ਗੁਰਬਾਣੀ ਸਾਨੂੰ ਅਧਿਆਤਮਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਸੰਸਾਰਕ ਪੱਖ ਤੋਂ, ਆਰਥਿਕ ਪੱਖ ਤੋਂ, ਹਰ ਪੱਖ ਤੋਂ ਭਰਪੂਰ ਅਗਵਾਈ ਦਿੰਦੀ ਹੈ। ਗੁਰਬਾਣੀ ਸਾਡੀ ਜੀਵਨ ਜਾਂਚ ਹੈ। ਗੁਰਬਾਣੀ ਦੇ ਨਾਲ ਸਾਡੀ ਸਾਂਝ ਬਣਾਉਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਗੁਰਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਸਾਡਾ ਗੁਰਬਾਣੀ ਨਾਲ ਪਿਆਰ ਬਣੇ, ਗੁਰਬਾਣੀ ਨਾਲ ਲਗਾਅ ਬਣੇ, ਉਹਦੇ ਲਈ ਸਾਡੇ ਸਤਿਗੁਰੂ ਜੀ ਨੇ ਕੁਝ ਖਾਸ ਬਾਣੀਆਂ ਨਿਯਤ ਕੀਤੀਆਂ, ਜਿਹਨੂੰ ਆਪਾਂ ਨਿਤਨੇਮ ਦੀ ਬਾਣੀ ਕਹਿੰਦੇ ਹਾਂ। ਨਿਤਨੇਮ ਦਾ ਅਰਥ ਹੈ ਕਿ ਹਰ ਰੋਜ਼ ਨਿਤ ਕਰਨ ਵਾਲਾ ਜੋ ਕਰਮ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਨੇ ਨਿਤਨੇਮ ਦੀ ਗੱਲ ਸ਼ੁਰੂ ਕਰ ਦਿੱਤੀ ਸੀ। ਸਿਆਣੇ ਕਹਿੰਦੇ ਨੇ ਕਿ ਤੁਹਾਡੀ ਦਿਨ ਦੀ ਕਿਰਿਆ ਕਿਹੋ ਜਿਹੀ ਹੈ, ਤੁਹਾਡਾ ਦਿਨ ਆਰੰਭ ਕਿਵੇਂ ਹੋਇਆ ਜਾਂ ਤੁਹਾਡਾ ਦਿਨ ਮੁੱਕਿਆ ਕਿਵੇਂ ਹੈ, ਤੁਹਾਡੀ ਮਨੋਸਥਿਤੀ ਇਹਦੇ 'ਤੇ ਨਿਰਭਰ ਕਰਦੀ ਹੈ। ਤੁਸੀਂ ਸਵੇਰ ਦਾ 1 ਘੰਟਾ ਕਿਵੇਂ ਬਤੀਤ ਕਰਦੇ ਹੋ, ਤੁਸੀਂ ਰਾਤ ਦਾ 1 ਘੰਟਾ, ਰਾਤ ਤੋਂ ਪਹਿਲਾਂ 1 ਘੰਟਾ ਕਿਵੇਂ ਬਤੀਤ ਕਰਦੇ ਹੋ, ਤੁਹਾਡੀ ਮਨੋ ਅਵਸਥਾ ਇਹਦੇ ਉੱਪਰ ਜਿਹੜੀ ਹੈ ਉਹ ਸਾਰੀ ਚਲੀ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਮਨੋਵਿਗਿਆਨਕ ਪੱਖ ਤੋਂ ਸਾਨੂੰ ਇਹ ਨਿਤਨੇਮ ਦੀ ਦਾਤ ਦਿੱਤੀ ਹੈ ਔਰ ਇਹ ਨਿਤਨੇਮ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਸੀ। ਭਾਈ ਗੁਰਦਾਸ ਜੀ ਨੇ ਬਚਨ ਕੇ ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਸ਼ਾਮ ਨੂੰ ਸੋਦਰ ਕਰਨੀ, ਅੰਮ੍ਰਿਤ ਵੇਲੇ ਜਾਪ ਸਾਹਿਬ, ਰਾਤ ਨੂੰ ਸੋਹਲੇ ਦੀ ਬਾਣੀ ਦਾ ਪਾਠ। ਰਾਤ ਨੂੰ ਕਿਉਂਕਿ ਅਸੀਂ ਸਰੀਰਕ ਤੌਰ 'ਤੇ ਥਕੇਵਾਂ ਲਾਹ ਜਾਂਦਾ ਹੈ, ਨੀਂਦ ਪੂਰੀ ਹੋ ਜਾਂਦੀ, ਸਵੇਰੇ ਬੰਦਾ ਅੰਮ੍ਰਿਤ ਵੇਲੇ ਬੜਾ ਤਰੋ ਤਾਜ਼ਾ ਜਾਗਦਾ ਹੈ। ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ, ਜਿਵੇਂ ਪੰਥ ਖਾਲਸੇ ਨੇ ਮੁੜ ਕੇ ਮਰਜ਼ਾਦਾ ਬਣਾਈ, ਉਸ ਅਨੁਸਾਰ ਆਪਣਾ ਨਿਤਨੇਮ ਕੁਝ ਲਮੇਰਾ ਹੈ। ਜਪਜੀ ਸਾਹਿਬ ਜੀ ਦਾ ਬਾਣ ਪਾਠ ਸਾਡੇ ਅੰਦਰ ਪਰਮਾਤਮਾ ਦੀਆਂ ਵਡਿਆਈਆਂ, ਪਰਮਾਤਮਾ ਦੀ ਸੁਸਲਾ ਪੈਦਾ ਕਰਕੇ ਸਾਡੀ ਸੁਰਤ ਨੂੰ ਇਸ ਸੰਸਾਰ ਤੋਂ ਨਿਰੰਕਾਰ 'ਚ ਲਿਵਲੀਨ ਕਰਦਾ ਹੈ। ਸਾਰਾ ਦਿਨ ਸਾਡਾ ਖੇੜੇ 'ਚ ਬਤੀਤ ਹੁੰਦਾ ਹੈ। ਉਦੋਂ ਬਾਅਦ ਸਾਰਾ ਦਿਨ ਕੰਮ ਕਰਦੇ ਹਾਂ, ਦੁਨਿਆਵੀ ਧੰਦਿਆਂ 'ਚ ਵਿਚਰਦੇ ਹਾਂ, ਸਰੀਰਕ ਤੌਰ 'ਤੇ ਵੀ ਬੰਦਾ ਥੱਕ ਜਾਂਦਾ ਹੈ, ਮਾਨਸਿਕ ਤੌਰ 'ਤੇ ਬੰਦਾ ਥੱਕ ਜਾਂਦਾ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸੋਦਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀ ਹੈ। ਆਰੰਭ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਹੈ, ਫਿਰ ਸੋਦਰ ਤੇ ਸੋ ਪੁਰਖ ਦੇ ਸ਼ਬਦ ਨੇ, ਫਿਰ ਸੋਹਿਲੇ ਦੀ ਬਾਣੀ। ਇਹ 13 ਅੰਕ ਸਾਡੇ ਨਿਤਨੇਮ ਦੀਆਂ ਬਾਣੀਆਂ ਦੇ ਨੇ। ਸੋਦਰ ਦੀ ਬਾਣੀ ਤੇ ਸੋ ਪੁਰਖ ਦੀ ਬਾਣੀ ਦੇ 9 ਸ਼ਬਦ ਬਣਦੇ ਨੇ। ਸੋਦਰ ਦੀ ਬਾਣੀ ਜਿੱਥੇ ਉਸ ਵਾਹਿਗੁਰੂ ਜੀ ਦੇ ਦਰ ਘਰ ਦੀ ਗੱਲ ਕੀਤੀ ਹੈ, ਵਾਹਿਗੁਰੂ ਜੀ ਦੇ ਦਰ 'ਤੇ ਅਨੇਕਾਂ ਇਹ ਬ੍ਰਹਿਮੰਡ ਦੀਆਂ ਸ਼ਕਤੀਆਂ, ਦੇਵੀ ਦੇਵਤੇ, ਇਹ ਪੌਣ ਪਾਣੀ ਬੈਸੰਤਰ, ਜਿਵੇਂ ਵਾਹਿਗੁਰੂ ਜੀ ਦੀ ਰਜਾ ਚੱਲ ਕੇ ਉਹਦੀ ਸਿਫਤ ਸਲਾਹ ਕਰ ਰਹੇ ਨੇ, ਉਹਦਾ ਜ਼ਿਕਰ ਕਰਦੇ ਹਾਂ। ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੀ ਗੱਲ ਕਹੀ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਦੇ 2 ਸ਼ਬਦ ਹੋਰ ਅੰਕਿਤ ਨੇ। ਪਹਿਲੇ ਅੰਦਰ ਸਤਿਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦੀ ਕੀਮਤ ਨੂੰ ਕੋਈ ਪਾ ਨਹੀਂ ਸਕਦਾ। ਸਾਰੇ ਵੱਡਾ ਕਹਿੰਦੇ ਨੇ, ਪਰ ਕਿੰਨਾ ਵੱਡਾ ਹੈ ਕੋਈ ਨਹੀਂ ਬਿਆਨ ਕਰ ਸਕਦਾ। ਉਸ ਵਾਹਿਗੁਰੂ ਜੀ ਦੇ ਪਿਆਰ ਜੁੜੇ ਹੋਏ ਕਹਿੰਦੇ ਨੇ ਕਿ ਵਾਹਿਗੁਰੂ ਜੀ ਬਿਨਾਂ ਅਸੀਂ ਜੀਉ ਹੀ ਨਹੀਂ ਸਕਦੇ। ਵਾਹਿਗੁਰੂ ਦਾ ਨਾਮ ਲੈਣਾ ਔਖਾ ਹੈ, ਪਰ ਵਾਹਿਗੁਰੂ ਜੀ ਤੋਂ ਬਿਨਾਂ ਜੀਉਣਾ ਸਾਡੀ ਜ਼ਿੰਦਗੀ ਅਕਾਰਤ ਹੈ। ਗੁਰੂ ਰਾਮਦਾਸ ਜੀ ਦਾ ਇਹ ਪਵਿੱਤਰ ਸ਼ਬਦ ਜਿਹਦੇ ਸਾਨੂੰ ਅਰਦਾਸ ਕਰਨ ਦੀ ਪ੍ਰੇਰਣਾ ਕੀਤੀ ਹੈ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ। ਪਰਮਾਤਮਾ ਦੀ ਬੇਅੰਤਤਾ ਦੇ ਦਰਸ਼ਨ ਕਰਦੇ ਹਾਂ, ਉਹਦੀ ਵਿਸ਼ਾਲਤਾ ਦੀ ਗੱਲ ਕਰਦੇ ਹਾਂ,
ਫਿਰ ਜਿੱਥੇ ਗੁਣ ਗਾਉਣ ਦੀ ਗੱਲ ਕਹੀ ਉੱਥੇ ਸਤਿਗੁਰੂ ਜੀ ਨੇ ਸਾਡੇ ਅੰਦਰ ਬੇਨਤੀ ਕਰਨ ਦੀ ਸਾਨੂੰ ਪ੍ਰੇਰਣਾ ਕੀਤੀ ਕਿ ਉਹਦੇ ਚਰਨਾਂ 'ਚ ਬੇਨਤੀ ਕਰੋ ਜੇ ਤੁਸੀਂ ਨਾਮ ਨਾਲ ਜੁੜਨਾ ਹੈ। ਫਿਰ ਗੁਰੂ ਅਰਜਨ ਦੇਵ ਜੀ ਨੇ ਯੁਗ ਦੱਸੀ ਨਾਮ ਨਾਲ ਜੁੜਨ ਦਾ ਤਰੀਕਾ ਹੈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮਪਰ ਪਾਇਆ ਸੂਕੇ ਕਾਸ਼ਟ ਹਰਿਆ। ਉਦੋਂ ਬਾਅਦ ਸੋ ਪੁਰਖ ਦੇ ਸ਼ਬਦ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਦੇ ਸ਼ੁਰੂ ਹੁੰਦੇ ਨੇ। ਸੋ ਪੁਰਖ ਦੀ ਗੱਲ ਕਰਦੇ ਹਾਂ, ਉਹਦੇ ਪਿਆਰ ਜੁੜੇ ਭਗਤਾਂ ਦੀ ਗੱਲ, ਉਹਦੇ ਪਿਆਰ ਜੁੜ ਕੇ ਮੁਕਤ ਹੋਇਆਂ ਦੀ ਚਰਚਾ ਕਰਦੇ ਹਾਂ। ਫਿਰ ਗੁਰੂ ਰਾਮਦਾਸ ਜੀ ਨੇ ਬਚਨ ਕੇ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਉਸ ਵਾਹਿਗੁਰੂ ਜੀ ਦੀ ਵਡਿਆਈ ਕਰਕੇ ਆਪਣੀ ਨਿਰਮਾਣਤਾ ਜਤਾਉਂਦਿਆਂ ਹੋਇਆਂ ਉਹਦੇ ਦਰ ਤੇ ਬੇਨਤੀ ਕਰਨ ਦੀ ਗੱਲ ਕਰਦੇ ਹਾਂ। ਫਿਰ ਸਤਿਗੁਰੂ ਜੀ ਦਾ ਇੱਕ ਸ਼ਬਦ ਸਾਨੂੰ ਸੁਚੇਤ ਕਰਨ ਦੇ ਲਈ ਕਿ ਆਪਾਂ ਇਸ ਭਵ ਸਾਗਰ 'ਚ ਵਿਚਰੇ ਹਾਂ ਜਿੱਥੇ ਪਾਣੀ ਦੀ ਜਗ੍ਹਾ ਤੇ ਅੱਗ ਹੈ। ਇਸ ਚਿੱਕੜ 'ਚੋਂ ਨਿਕਲਣਾ ਬੜਾ ਔਖਾ ਹੈ। ਜੇ ਅਸੀਂ ਪਰਮਾਤਮਾ ਨੂੰ ਭੁਲਾ ਦੇਵਾਂਗੇ, ਭਾਵੇਂ ਅਸੀਂ ਡਾਕਟਰ ਹੋਈਏ, ਇੰਜੀਨੀਅਰ ਹੋਈਏ, ਬਹੁਤ ਕੁਝ ਹੋਈਏ, ਪਰ ਹਰ ਬਿਸਰ ਤੇਰੇ ਗੁਣ ਗਲਿਆ। ਵਾਹਿਗੁਰੂ ਨਾਲੋਂ ਟੁੱਟ ਕੇ ਸਾਡੀਆਂ ਇਹ ਸਾਰੀਆਂ ਗੱਲਾਂ ਅਕਾਰਥ ਨੇ। ਅਸੀਂ ਜੇ ਆਤਮਿਕ ਸੁੱਖ ਮੰਨਣਾ ਹੈ ਤੇ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਪਰਮਾਤਮਾ ਦੀ ਸਿਫਤ ਸਲਾਹ। ਗੁਰੂ ਨਾਨਕ ਸਾਹਿਬ ਜੀ ਦੇ ਇਸ ਬਚਨ ਅੰਦਰ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਕਿ ਬੰਦਿਆ ਤਿਤ ਸਰਵ ਲੜਾਇ ਪਹਿਲੇ ਨਿਵਾਸਾ, ਪਾਣੀ ਪਾਪ ਤਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੇ ਲੇ, ਮਨ ਏਕ ਨ ਚੇਤਸ ਮੂੜ ਮਨਾਰ ਬਿਸਰ ਤੇਰੇ ਗੁਣ ਗਲਿਆ। ਮਨੁੱਖ ਨੂੰ ਸੁਚੇਤ ਕੀਤਾ ਸਤਿਗੁਰੂ ਜੀ ਨੇ, ਨਿਮਰ ਭਾਵ ਪੈਦਾ ਕਰਕੇ। ਫਿਰ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਕਿ ਇਸ ਭਵ ਸਾਗਰ ਤੋਂ ਪਾਰ ਨਿਕਲਣਾ ਹੈ ਤੇ ਫਿਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਪਏਗੀ। ਗੁਰੂ ਅਰਜਨ ਦੇਵ ਜੀ ਦੇ ਕਿੰਨੇ ਇਹ ਗਿਆਨਮਈ ਬਚਨ ਕਿ ਮਨੁੱਖਾ ਜ਼ਿੰਦਗੀ ਤਾਂ ਮਿਲੀ ਹੀ ਗੋਬਿੰਦ ਨੂੰ ਮਿਲਣ ਦੇ ਲਈ ਹੈ। ਸਾਰੇ ਦਿਨ ਦਾ ਬੰਦਾ ਥੱਕਿਆ ਹੋਇਆ, ਅੱਕਿਆ ਹੋਇਆ, ਆਪਾਂ ਦੇਖਦੇ ਦੁਨਿਆਵੀ ਲੋਕ ਜਿਹੜੇ ਨੇ ਉਹ ਥਕੇਵੇਂ ਤੋਂ ਬਾਅਦ ਆਲਸੀ ਹੋ ਜਾਂਦੇ ਨੇ, ਉਦਾਸ ਹੋ ਜਾਂਦੇ ਨੇ। ਪਰ ਸਾਡੀ ਜ਼ਿੰਦਗੀ 'ਚ ਥਕੇਵਾਂ ਹੋਏ ਆਪਾਂ ਕਿਰਤ ਕਰਦੇ ਆਏ ਹਾਂ, ਦੁਨਿਆਵੀ ਧੰਦਿਆਂ 'ਚੋਂ ਆਏ ਹਾਂ, ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਮਨ 'ਚ ਆਉਂਦੇ ਨੇ। ਪਰ ਸੋਦਰ ਦੀ ਬਾਣੀ ਪੜ੍ਹ ਕੇ, ਵਾਹਿਗੁਰੂ ਜੀ ਦੀ ਵਿਸ਼ਾਲਤਾ ਨੂੰ ਦੇਖ ਕੇ, ਉਹਦੀ ਸਿਫਤ ਸਲਾਹ ਜੁੜ ਕੇ ਫਿਰ ਸਾਡੇ ਅੰਦਰ ਇੱਕ ਨਵਾਂ ਜੋਸ਼, ਇੱਕ ਨਵੀਂ એનર્ਜੀ ਪੈਦਾ ਹੁੰਦੀ ਜੇ ਅਸੀਂ ਸੁਰਤ ਜੋੜ ਕੇ ਉਸ ਬਾਣੀ ਨੂੰ ਪੜ੍ਹਦੇ ਹਾਂ। ਫਿਰ ਗੁਰੂ ਅਰਜਨ ਦੇਵ ਜੀ ਦੇ ਬਚਨ ਸਾਨੂੰ ਸੁਚੇਤ ਕਰਦੇ, ਬੰਦਿਆ ਇਸ ਭਵ ਸਾਗਰ ਨੂੰ ਪਾਰ ਕਰਕੇ ਤੂੰ ਰੱਬ ਨੂੰ ਮਿਲ ਸਕਦਾ ਹੈ। ਉਸ ਭਵ ਸਾਗਰ ਨੂੰ ਪਾਰ ਕਰਨ ਦਾ ਤਰੀਕਾ ਸਤ ਸੰਗਤ ਹੈ। ਬਾਹਰੀ ਤੌਰ ਤੇ ਅਸੀਂ ਕੋਈ ਜਿੰਨੇ ਮਰਜ਼ੀ ਧਾਰਮਿਕ ਕਰਮ ਕਰ ਲਈਏ, ਜਿੰਨੇ ਮਰਜ਼ੀ ਸਿਆਣੇ ਵਿਦਵਾਨ ਬਣ ਜਾਈਏ, ਪਰ ਇੱਕੋ ਗੱਲ ਹੈ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਣੋ ਤਾਂ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਸੋਦਰ ਦੀ ਪਵਿੱਤਰ ਬਾਣੀ ਸਾਡਾ ਮਨ ਜਦੋਂ ਥੱਕਿਆ ਹੁੰਦਾ ਹੈ, ਦੁਨਿਆਵੀ ਤੌਰ ਤੇ ਬੜਾ ਆਲਸੀ ਹੁੰਦਾ ਹੈ, ਇਹਦੇ ਅੰਦਰ ਇੱਕ ਫਿਰ ਨਵਾਂ ਚਾਹ ਪੈਦਾ ਕਰਦੀ ਹੈ, ਉਤਸ਼ਾਹ ਪੈਦਾ ਕਰਦੀ ਹੈ। ਸਤਿਗੁਰੂ ਜੀ ਨੇ ਸੋਦਰ ਦੀ ਬਾਣੀ ਰੱਖੀ ਹੈ ਕਿਉਂਕਿ ਗੁਰਮਤਿ ਦਾ ਮਾਰਗ ਕਿਰਤੀਆਂ ਦਾ ਮਾਰਗ ਹੈ। ਗੁਰਮਤਿ ਦਾ ਮਾਰਗ ਕੋ ਵਿਹਲੜਾਂ ਦਾ ਮਾਰਗ ਨਹੀਂ ਹੈ। ਆਦਰਸ਼ਕ ਸਮਾਜ ਕਿਰਤੀਆਂ ਨੇ ਬਣਾਉਣਾ, ਵਿਹਲੜਾਂ ਨੇ ਨਹੀਂ ਬਣਾਉਣਾ, ਭਾਵੇਂ ਜਿੰਨੀ ਮਰਜ਼ੀ ਮਾਲਾ ਫੇਰੀ ਜਾਣ। ਕਿਰਤੀ ਬੰਦਾ ਜਿਹੜਾ ਹੈ ਉਹ ਚਾਹ 'ਚ ਵਿਚਰਦਾ ਰਹੇ। ਉਹਨੂੰ ਸਤਿਗੁਰੂ ਜੀ ਨੇ ਇਹ ਨਿਤਨੇਮ ਦਿੱਤਾ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ, ਫਿਰ ਸੋਦਰ ਦਾ ਨਿਤਨੇਮ। ਉਦੋਂ ਬਾਅਦ ਫਿਰ ਰਾਤ ਨੂੰ ਸੋਹਿਲੇ ਦੀ ਬਾਣੀ, ਬੜੀ ਸੰਖੇਪ ਜੀ ਬਾਣੀ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸਾਡੀ ਜੀਵਨ ਜਾਚ ਪ੍ਰਦਾਨ ਕਰਦੀ। ਸਾਨੂੰ ਸਮੁੱਚੀ ਬਾਣੀ ਪੜ੍ਹਨੀ, ਗੁਰਬਾਣੀ ਦਾ ਪਾਠ ਕਰਨਾ ਵੱਧ ਤੋਂ ਵੱਧ ਹਰ ਗੁਰਸਿੱਖ ਦਾ ਫਰਜ਼ ਹੈ। ਕੋਈ ਵੱਧ ਤੋਂ ਵੱਧ ਕਰੇ, ਪਰ ਸਾਡਾ ਸਤਿਗੁਰੂ ਜੀ ਨੇ ਆਰੰਭਤਾ ਦਾ ਨਿਤਨੇਮ ਜਿਹੜਾ ਹੈ ਨਾ, ਸਾਡੀ ਗੁਰਬਾਣੀ ਨਾਲ ਅਟੈਚਮੈਂਟ ਬਣੀ ਰਹੇ, ਸਾਂਝ ਬਣੀ ਰਹੇ, ਸਾਡੇ ਅੰਦਰ ਉਤਸ਼ਾਹ, ਸਾਡੇ ਅੰਦਰ ਚਾਹ ਬਣਿਆ ਰਹੇ। ਇਹ ਨਿਤਨੇਮ ਦੀ ਦਾਤ ਦਿੱਤੀ ਜਿਹੜੀ ਹਰ ਗੁਰਸਿੱਖ ਨੂੰ ਕਰਨ ਦੀ ਹਦਾਇਤ ਹੈ। ਹਰ ਗੁਰਸਿੱਖ ਨੂੰ ਕਰਨਾ ਵੀ ਚਾਹੀਦਾ ਹੈ, ਇਹਦੇ ਭਾਵ ਦਾ ਪਤਾ ਲੱਗਣਾ ਚਾਹੀਦਾ ਹੈ। ਬੜੀ ਖੁਸ਼ੀ ਦੀ ਗੱਲ ਹੈ, ਕਲਕੱਤੇ ਦੀਆਂ ਸਿੱਖ ਸੰਗਤਾਂ ਨੇ, ਸਿੱਖ ਫੋਰਮ ਵਾਲੇ ਵੀਰਾਂ ਨੇ ਮਿਲ ਕੇ ਗੁਰਬਾਣੀ ਦੀ ਵਿਚਾਰ ਸੰਥਾ ਸ਼ੁਰੂ ਕੀਤੀ ਸੀ। ਪਹਿਲਾਂ ਜਪਜੀ ਸਾਹਿਬ ਜੀ ਦੀ ਵਿਚਾਰ ਹੋਈ ਸੀ, ਮਾਨਯੋਗ ਗਿਆਨੀ ਜਰਨੈਲ ਸਿੰਘ ਜੀ ਨੇ ਉਸ ਵਿਚਾਰ ਵਿੱਚ ਹਿੱਸਾ ਪਾਇਆ ਸੀ। ਉਸ ਤੋਂ ਬਾਅਦ ਸੋਦਰ ਤੇ ਸੋਪੁਰਖ ਦੀ ਬਾਣੀ ਦੀ ਵਿਚਾਰ ਗੁਰਸਿੱਖ ਸੰਗਤਾਂ ਨੇ ਰਲ ਕੇ ਕੀਤੀ ਹੈ। ਮਾਨਯੋਗ ਭਾਈ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਇਹ ਸੇਵਾ ਨਿਭਾਈ ਹੈ। ਬਹੁਤ ਖੁਸ਼ੀ ਹੋਈ ਹੈ। ਇਹ ਚਾਹ ਹਮੇਸ਼ਾ ਸਾਡੇ ਮਨਾਂ 'ਚ ਰਹਿਣਾ ਚਾਹੀਦਾ ਹੈ ਔਰ ਇਹ ਪ੍ਰਵਾਹ ਜਿਹੜਾ ਇਹ ਜਾਰੀ ਰਹਿਣਾ ਚਾਹੀਦਾ ਹੈ। ਕਲਕੱਤੇ ਦੀਆਂ ਸਿੱਖ ਸੰਗਤਾਂ ਜਾਂ ਸਿੱਖ ਫੋਰਮ ਵਾਲੇ ਵੀਰ ਜਿਹੜੇ ਨੇ ਉਹ ਵਧਾਈ ਦੇ ਪਾਤਰ ਨੇ। ਵਾਹਿਗੁਰੂ ਉਹਨਾਂ ਤੇ ਬਖਸ਼ਿਸ਼ ਕਰੇ, ਉਹ ਹੇਰ ਇਸੇ ਗੱਲ ਨੂੰ ਅੱਗੇ ਤੋਰਦੇ ਰਹਿਣ ਔਰ ਮਾਨਯੋਗ ਭਾਈ ਵੀਰ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਹੋਰ ਦਾਤ ਬਖਸ਼ਣ ਕੇ ਉਸ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਰਹਿਣ। ਮੇਰੀ ਗੁਰੂ ਚਰਨਾਂ 'ਚ ਅਰਦਾਸ ਹੈ, ਗੁਰਸਿੱਖ ਬਾਣੀ ਨਾਲ ਜੁੜ ਕੇ ਸਦਾ ਚਾਉ 'ਚ ਆਨੰਦ ਵਿੱਚ ਰਹੇ। ਨਿਤਨੇਮ ਸਾਡੀ ਜ਼ਿੰਦਗੀ ਦਾ ਆਧਾਰ ਹੈ, ਸਾਡੀ ਜ਼ਿੰਦਗੀ ਦਾ ਇਹ ਆਸਰਾ ਹੈ। ਇਸ ਕਰਕੇ ਨਿਤਨੇਮ ਹਰ ਗੁਰਸਿੱਖ ਨੂੰ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਸਦਾ ਗੁਰਬਾਣੀ ਨਾਲ ਜੁੜ ਕੇ ਆਪ ਵੀ ਚਾਹ ਮਾਣਦੇ ਰਹੋ ਔਰ ਜਾਨੂੰ ਸਤਿਗੁਰੂ ਜੀ ਨੇ ਇਹ ਦਾਤ ਦਿੱਤੀ ਹੈ, ਖਾ ਵਹਿ ਖਰਚੇ ਰਲ ਮਿਲ ਪਾਈ, ਟੋਟ ਨਾ ਆਵੇ ਵੱਧਦੇ ਜਾਈ। ਆਪ ਬਾਣੀ ਨਾਲ ਜੋੜਨਾ ਤੇ ਹੋਰਨਾਂ ਨੂੰ ਬਾਣੀ ਨਾਲ ਜੋੜਨਾ, ਇਹ ਸਭ ਤੋਂ ਵੱਡਾ ਪਰਉਪਕਾਰ ਹੈ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਸਰਬੱਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।